सोनिहाल। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਦੇ ਤੁਹਾਡਾ ਸਵਾਗਤ ਹੈ। ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਬੈਰੀ ਓ'ਫੈਰਲ ਨੇ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਬੈਰੀ ਓ'ਫੈਰਲ ਨੇ ਕਿਹਾ ਕਿ ਸਿੱਖ ਆਸਟ੍ਰੇਲੀਆ 'ਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਵੀ ਦੁਨੀਆ ਵਿੱਚ ਸੰਕਟ ਦੀ ਘੜੀ ਆਉਂਦੀ ਹੈ ਉਦੋਂ ਸਿੱਖ ਭਾਈਚਾਰਾ ਸਹੀ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆਉਂਦਾ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਜਦੋਂ ਵੀ ਦੁਨੀਆ ਸੰਕਟ ਵਿੱਚ ਹੁੰਦੀ ਹੈ ਉਦੋਂ ਸਿੱਖ ਭਾਈਚਾਰਾ ਸਹੀ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦਾ ਹੈ। ਇਹ ਪ੍ਰਗਟਾਵਾ ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ'ਫੈਰਲ ਨੇ ਕੀਤਾ ਹੈ, ਜੋ ਇਤਿਹਾਸਿਕ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨ ਵਾਸਤੇ ਪਹੁੰਚੇ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਸਿੱਖ ਵੱਡਾ ਯੋਗਦਾਨ ਪਾ ਰਹੇ ਨੇ ਤੇ ਜੋ ਵੀ ਪੱਛਮੀ ਆਸਟ੍ਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ ਹਸਪਤਾਲ ਦੇ ਨਿਰਮਾਣ ਵਾਸਤੇ ਯੋਗਦਾਨ ਦਿੱਤਾ ਹੈ, ਉਹ ਸਿਰਫ ਪਿਆਰ ਦਾ ਮੋੜਵਾਂ ਛੋਟਾ ਜਿਹਾ ਤੋਹਫਾ ਹੈ। ਉਹਨੇ ਕਿਹਾ ਕਿ ਜਦੋਂ ਵੀ ਸੰਕਟ ਹੁੰਦਾ ਹੈ, ਭਾਵੇਂ ਆਸਟ੍ਰੇਲੀਆ ਵਿੱਚ ਹੋਵੇ, ਭਾਰਤ ਜਾਂ ਕਿਤੇ ਵੀ ਹੋਰ, ਸਿੱਖ ਭਾਈਚਾਰੇ ਦੇ ਮੈਂਬਰ ਤਰਕਸੰਗਤ ਫੈਸਲੇ ਲੈ ਕੇ ਮਦਦ ਵਾਸਤੇ ਅੱਗੇ ਆ ਜਾਂਦੇ ਨੇ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਸਟ੍ਰੇਲੀਆ ਸਰਕਾਰ, ਭਾਰਤ ਦੇ ਪ੍ਰੀਮੀਅਰ ਮਾਰਕ ਮੈਕਗੋਵਾਨ, ਮੰਤਰੀ ਟੋਨੀ ਬਿਊਟੀ ਅਤੇ ਸਿੱਖ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਕਨਿੰਗਬੇਲ, ਭਾਰਤ ਦੇ ਪ੍ਰਧਾਨ ਦੇਵਰਾਜ ਸਿੰਘ ਤੇ ਆਸਟ੍ਰੇਲੀਆ ਦੀ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ $3 ਲੱਖ ਦਾ ਯੋਗਦਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੈ। ਉਹਨਾਂ ਕਿਹਾ ਕਿ ਆਸਟ੍ਰੇਲੀਆ ਸਰਕਾਰ ਵੱਲੋਂ $3 ਲੱਖ ਦਾ ਯੋਗਦਾਨ ਦੇਣਾ ਇਹ ਦਰਸਾਉਂਦਾ ਹੈ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਕਿਵੇਂ ਕੰਮ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੁਆਇੰਟ ਸਕੱਤਰ ਹਰਵਿੰਦਰ ਸਿੰਘ KP, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਵੀ ਮੌਜੂਦ ਰਹੇ। ऑनरेबल बैरी ओ'फेरल जो कि ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ, ਖਾਸ ਤੌਰ ਤੇ ਇਹਨਾਂ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ, ਕਿਉਂਕਿ ਜੋ ਆਸਟ੍ਰੇਲੀਆ ਦੀ ਗਵਰਨਮੈਂਟ ਵੱਲੋਂ ਕੋਵਿਡ ਸਰਵਿਸਿਜ਼ ਵਾਸਤੇ ਵੈਸਟ ਆਸਟ੍ਰੇਲੀਅਨ ਪ੍ਰੀਮੀਅਰ ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਨੇ ਮਾਰਕ ਮੈਕਗਾਊਨ ਵੱਲੋਂ, ਉੱਥੋਂ ਦੇ ਮਿਨਿਸਟਰ ਆਨਰੇਬਲ ਮਿਨਿਸਟਰ ਟੋਨੀ ਬੂਟੀ ਵੱਲੋਂ ਜੋ $3 ਲੱਖ ਆਸਟ੍ਰੇਲੀਅਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕੋਵਿਡ ਸਰਵਿਸਿਜ਼ ਵਾਸਤੇ ਕੰਟਰੀਬਿਊਟ ਕੀਤਾ ਗਿਆ, ਉਹਦੇ ਵਾਸਤੇ ਅੱਜ ਅਸੀਂ ਆਨਰੇਬਲ ਹਿਸ ਐਕਸਲੈਂਸੀ ਹਾਈ ਕਮਿਸ਼ਨਰ ਸਾਹਿਬ ਦਾ, ਬੈਰੀ ਜੀ ਦਾ ਐਂਡ ਉਹਨਾਂ ਦੀ ਟੀਮ ਦਾ ਸਨਮਾਨ ਕੀਤਾ। ਸਾਡੇ ਸਾਰਿਆਂ ਦੇ ਵਾਸਤੇ ਬੜੀ ਫਖਰ ਦੀ ਗੱਲ ਹੈ। ਗੱਲ ਅਮਾਊਂਟ ਦੀ ਨਹੀਂ, ਗੱਲ ਹੈ ਕਿ ਦੁਨੀਆ ਦੇ ਅੰਦਰ ਇਸ ਗੱਲ ਨੂੰ ਰਜਿਸਟਰ ਹੋਈ ਕਿ ਆਸਟ੍ਰੇਲੀਆ 'ਚ ਬੈਠੇ ਲੋਕਾਂ ਨੇ ਇਸ ਗੱਲ ਦੀ ਚਿੰਤਾ ਕੀਤੀ ਕਿ ਜਿਸ ਤਰੀਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਾਰਜ ਕਰਦੀ ਪਈ ਆ, ਉਹਨਾਂ ਦੀ ਸਪੋਰਟ ਕਰਨੀ ਚਾਹੀਦੀ। ਸੋ ਅਸੀਂ ਅੱਜ ਇਹਨਾਂ ਦਾ ਇੰਟਾਇਰ ਕਮਿਊਨਿਟੀ ਵੱਲੋਂ, ਸਾਡੀ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਬੁਲਾ ਕੇ ਇਹਨਾਂ ਦਾ ਧੰਨਵਾਦ ਕੀਤਾ ਹੈ, ਇਹਨਾਂ ਦਾ ਸਨਮਾਨ ਕੀਤਾ ਹੈ। ਔਰ ਇਸ ਐਕਸਲੈਂਸ ਸਾਹਿਬ ਵੱਲੋਂ ਵੀ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਾਰਜ ਕੀਤੇ ਜਾ ਰਹੇ ਨੇ, ਉਸ ਨੂੰ ਲੈ ਕੇ ਇਹ ਪਹਿਲਾਂ ਵੀ ਇੱਕ ਵਾਰ ਇੱਥੇ ਖੁਦ ਆਏ ਸੀਗੇ। ਇਹਨਾਂ ਨੇ ਸਾਰੀ ਕਮਿਊਨਿਟੀ ਦਾ ਆਸਟ੍ਰੇਲੀਆ ਗਵਰਨਮੈਂਟ ਵੱਲੋਂ ਧੰਨਵਾਦ ਕੀਤਾ ਸੀਗਾ। ਔਰ ਅੱਜ ਵੀ ਇਹਨਾਂ ਨੇ ਜੋ ਇੰਨੇ ਉੱਚੇ ਅਲਫਾਜ਼ ਆਸਟ੍ਰੇਲੀਆ 'ਚ ਬੈਠੇ ਸਾਡੇ ਸਿੱਖ ਵੀਰਾਂ ਵਾਸਤੇ ਬੋਲੇ, ਸਾਨੂੰ ਬਹੁਤ ਫਖਰ ਹੋਇਆ ਕਿ ਸਾਡੇ ਉੱਥੇ ਬੈਠੇ ਭਰਾਵਾਂ ਨੇ ਵੀ ਬਹੁਤ ਮਾਣ ਹਾਸਲ ਕੀਤਾ। ਮੈਂ ਨਾਲ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਸਰਦਾਰ ਦੇਵਰਾਜ ਸਿੰਘ ਜੀ, ਪ੍ਰੈਜ਼ੀਡੈਂਟ, ਔਰ ਉਹਨਾਂ ਦੀ ਸਾਰੀ ਮੈਨੇਜਮੈਂਟ ਕਮੇਟੀ ਦਾ, ਜਿਹੜੀ ਕੈਨਿੰਗਬੇਲ ਪਰਥ ਅੰਦਰ ਗੁਰਦੁਆਰਾ ਕਮੇਟੀ ਆ, ਜਿਨ੍ਹਾਂ ਦੇ ਥਰੂ ਇਹ ਸਾਨੂੰ ਕੋਵਿਡ ਵਾਸਤੇ ਇਹਨਾਂ ਵੱਲੋਂ ਕੰਟਰੀਬਿਊਸ਼ਨ ਭੇਜੀ ਗਈ। ਸੋ ਅੱਜ ਅਸੀਂ ਸਾਰਿਆਂ ਨੇ, ਮੈਂ, ਸਾਡੇ ਪਾਰਟੀ ਪ੍ਰੈਜ਼ੀਡੈਂਟ ਸਾਹਿਬ ਹਰਮੀਤ ਸਿੰਘ ਕਾਲਕਾ ਜੀ, ਜਨਰਲ ਸੈਕਟਰੀ ਨਾਲ ਬੀਬੀ ਰਣਜੀਤ ਕੌਰ ਜੀ, ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ KP ਜੀ, ਸਾਡੇ ਜੁਆਇੰਟ ਸੈਕਟਰੀ ਸਾਹਿਬ ਡਾਕਟਰ ਹਰਮੀਤ ਸਿੰਘ ਰਿਆਨ ਸਾਹਿਬ, ਸਰਦਾਰ ਪਰਮਜੀਤ ਸਿੰਘ ਚੰਡੋਕ ਸਾਹਿਬ, ਸਰਦਾਰ MPS ਜੀ ਚੱਡਾ ਸਾਹਿਬ, ਸਰਦਾਰ ਅਮਰਜੀਤ ਸਿੰਘ ਜੀ ਪਿੰਕੀ, ਸਾਰਿਆਂ ਨੇ ਅੱਜ ਇਸ ਐਕਸਲੈਂਸੀ ਹਾਈ ਕਮਿਸ਼ਨਰ ਸਾਹਿਬ ਦਾ ਇੱਥੇ ਪਹੁੰਚਣ ਤੇ ਧੰਨਵਾਦ ਕੀਤਾ, ਸਨਮਾਨ ਕੀਤਾ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਸਰਦਾਰ ਤਰਲੋਚਨ ਸਿੰਘ ਜੀ ਦੇ, ਜਿਨ੍ਹਾਂ ਨੇ ਹਾਈ ਕਮਿਸ਼ਨਰ ਸਾਹਿਬ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਕਮਿਊਨਿਟੀ ਜਿਹੜੀ ਸਰਵਿਸ ਕਰਦੀ ਪਈ ਹੈ। ਐਂਡ ਅਸੀਂ ਅੱਗੇ ਵੀ ਇਸੇ ਤਰ੍ਹਾਂ ਮਾਨਵਤਾ ਦੀ ਸੇਵਾ 'ਚ ਲੱਗੇ ਰਹਾਂਗੇ। ਔਰ 7 ਤਰੀਕ ਨੂੰ ਜਦੋਂ ਹਸਪੀਟਲ ਦੀ ਓਪਨਿੰਗ ਹੋਊਗੀ, ਉਹਦੇ ਵਾਸਤੇ ਵੀ ਅਸੀਂ ਹਾਈ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਉਹ ਸਾਡੇ ਉਸ ਵੇਲੇ ਵੀ ਗੈਸਟ ਰਹਿਣ। It's a pleasure to be back at the Gurdwara. I hope that on one visit
it doesn't again follow an outbreak of COVID. President and members of the committee and honoured guests, can I, on behalf of the Western Australian Government, thank you for your thanks. I've never seen a sort of contribution as I witness here today, with not just the traditional Sikh approach to assisting communities in crisis, but with a commitment to build a hospital to ensure future preparedness. And of course, preparedness is one of those things that governments and society need to spend more time on, and it's great to see a practical application. So like India, Australia is a federation. We're made up of states as well as a national government. In all of our states, there are many Indian Australians, people who had migrated from India, or people who are born in Australia whose parents or grandparents were of Indian origin. They have helped strengthen the relationship between both of our countries. I'm delighted to be here today on behalf of the Government of Western Australia to accept the thanks of the Gurdwara for their donation to assist with the completion of the planned COVID hospital. Take it as a down payment for the enormous contribution that Indians generally, but Indians of Sikh faith, have made to Australia for almost the entirety of European settlement of my nation. COVID may have changed the world, but COVID has not changed the Sikh religion, nor the way in which it's practiced by Sikh communities around the world and happily in Australia. The Sikh community is 2% in India, but our 20% of the population is now diaspora. They have gone out. In Australia, we entered in 1850, at that time known as Canadians, and then slowly, but the First World War, when I went to the War Museum, Canberra, there is a very well explained that both Australian and Sikh armies in the First World War, the Gallipoli battle, both we fought together, and it is already in your museum mentioned. This gesture on the part of the government and people of Australia to join in the Seva. Seva word is, you see, now a common word where people all over the world know that the Sikh community is doing this service to everyone, not only the people, to everyone. As he has explained, the free food is given to everyone, and the largest number were fed by this Gurdwara committee. So we all feel that God takes mercy on everyone in the world, and we always pray that anywhere there should be peace and prosperity, and we should all enjoy. We are thankful to you. ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਫਿਸ ਦੇ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਿਜ਼ ਐਕਸਲੈਂਸੀ ਬੈਰਲ ਫੈਰਲ ਜਿਹੜੇ ਇੱਥੇ ਆਪਣੀ ਟੀਮ ਦੇ ਨਾਲ ਪਹੁੰਚੇ, ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਕਿ ਜਿਹੜੀ ਸਹਾਇਤਾ ਇਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਰਕਾਰ ਵੱਲੋਂ ਇੱਥੋਂ ਭੇਜੀ ਹੈ। ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਬਹੁਤ ਵੱਡੀ ਇੱਕ ਰਿਲੇਸ਼ਨਸ ਨੂੰ ਬਿਲਟ ਅਪ ਕਰਨ ਦੀ ਜਿਹੜੀ ਗੱਲ ਕੀਤੀ ਗਈ ਔਰ ਅੱਜ ਜਿਸ ਤਰੀਕੇ ਨਾਲ ਇਹਨਾਂ ਨੇ ਇੱਥੇ ਆ ਕੇ ਦੱਸਿਆ ਕਿ ਜਦ ਵੀ ਆਸਟ੍ਰੇਲੀਆ ਦੇ ਵਿੱਚ ਕੋਈ ਆਪਦਾ ਆਈ ਹੈ, ਚਾਹੇ ਉਹ ਸਟੋਰਮਸ ਦੇ ਵਿੱਚ ਆਈ ਹੋਏ, ਚਾਹੇ ਫਲੱਡਸ ਦੇ ਰੂਪ ਦੇ ਵਿੱਚ ਆਈ ਹੋਏ, ਸਿੱਖ ਕਮਿਊਨਿਟੀ ਨੇ ਹਮੇਸ਼ਾ ਉੱਥੇ ਵੱਧ ਚੜ੍ਹ ਕੇ ਜਿਹੜੀ ਸੇਵਾਵਾਂ ਉਹਨਾਂ ਦੇ ਨਾਲ ਕੀਤੀਆਂ, ਉਹਨੂੰ ਦੇਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਇਹੋ ਜਿਹੀ ਸੰਸਥਾ ਨਜ਼ਰ ਆਈ ਜਿੱਥੇ ਅੱਜ ਜਿਹੜੀ ਸੇਵਾਵਾਂ ਕਰ ਰਹੀ ਸੀ ਕੋਵਿਡ ਦੇ ਸਮੇਂ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਆਪਣਾ ਸਹਿਯੋਗ ਪਾਇਆ। ਸੋ ਅਸੀਂ ਇਹਨਾਂ ਦਾ ਅੱਜ ਧੰਨਵਾਦ ਕੀਤਾ ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਜਿਸ ਤਰੀਕੇ ਦੇ ਨਾਲ ਸਿੱਖਾਂ ਦੇ ਰਿਲੇਸ਼ਨਸ ਉੱਥੇ ਆਸਟ੍ਰੇਲੀਆ 'ਚ ਅੱਛੇ ਹੋਣਗੇ, ਇਸ ਦੇਸ਼ ਦੇ ਨਾਲ ਵੀ ਇਹਨਾਂ ਦੇ ਸੰਬੰਧ ਅੱਛੇ ਬਣੇ ਰਹਿਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 22 ਅਗਸਤ 2021 ਨੂੰ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਚੋਣਾਂ 22 ਅਗਸਤ ਨੂੰ ਕਰਵਾਈਆਂ ਜਾਣਗੀਆਂ ਅਤੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਹੋਵੇਗੀ। 22 ਅਗਸਤ 2021 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 22 ਅਗਸਤ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਦਾ ਨਤੀਜਾ 25 ਅਗਸਤ ਨੂੰ ਐਲਾਨਿਆ ਜਾਵੇਗਾ। ਉਹਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਹੋਵੇਗੀ।
ਇਸ ਤੋਂ ਇਲਾਵਾ ਇਸ ਮੌਕੇ ਉਹਨਾਂ ਇੱਕ ਵਾਇਰਲ ਹੋ ਰਹੀ ਵੀਡੀਓ ਬਾਰੇ ਵੀ ਬਿਆਨ ਦਿੱਤਾ। ਉਹਨਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵਾਅਦੇ ਸੰਗਤ ਨਾਲ ਕੀਤੇ ਨੇ ਉਹ ਉਹਨਾਂ ਨੂੰ ਪੂਰਾ ਕਰੇਗੀ। ਬੜੇ ਸਮੇਂ ਤੋਂ ਇਹਦੇ ਉੱਤੇ ਅਟਕਲਾਂ ਆ ਰਹੀਆਂ ਸੀ। 25 ਅਪ੍ਰੈਲ ਦੀ ਜਿਹੜੀ ਇਲੈਕਸ਼ਨ ਹੋਣੀ ਸੀ ਉਹਨੂੰ ਰੱਦ ਕੀਤਾ ਗਿਆ ਕੋਵਿਡ ਕਰਕੇ, ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਾਡੇ ਵਿਰੋਧੀਆਂ ਨੇ ਇਹਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ, ਮਗਰ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਦਾਇਰ ਕਰਕੇ ਇਹਦਾ ਜੱਜ ਸਾਹਿਬ ਕੋਲ ਨੇ ਫੈਸਲਾ ਸੁਣਵਾਇਆ ਔਰ ਸਰਕਾਰ ਨੂੰ ਮਜਬੂਰ ਕੀਤਾ ਕਿ 22 ਤਰੀਕ ਨੂੰ ਜਿਹੜੀ ਹੈ ਆਉਣ ਵਾਲੀ 22 ਅਗਸਤ ਨੂੰ ਇਲੈਕਸ਼ਨ ਕਰਾਈ ਜਾਏ। ਔਰ ਮੈਂ ਸਮਝਦਾ ਕਿ ਇਹ ਜਿਹੜੀ ਜ਼ਿੰਮੇਵਾਰੀ ਸਾਡੇ ਸਿਰ ਦੇ ਉੱਤੇ ਹੈਗੀ ਸੀ ਅਸੀਂ ਉਹਨੂੰ ਪੂਰੀ ਨਿਭਾਇਆ ਔਰ ਸੰਗਤ ਦੇ ਵਿੱਚ ਇੱਕ ਸਪਸ਼ਟ ਸੰਦੇਸ਼ ਦਿੱਤਾ ਕਿ ਅਸੀਂ ਇਲੈਕਟਿਡ ਬੋਡੀਆਂ ਔਰ ਇਲੈਕਸ਼ਨ ਦੇ ਮਾਧਿਅਮ ਤੇ ਹੀ ਇੱਥੇ ਬੈਠਾਂਗੇ। ਇਸ ਤੋਂ ਵੱਧ ਜਿਹੜਾ ਟਾਈਮ ਹੈ ਅਸੀਂ ਉਹਦੇ ਬੈਠ ਕੇ ਰਾਜ਼ੀ ਨਹੀਂ ਹਾਂ। ਸੋ ਆਉਣ ਵਾਲੀ ਜਿਹੜੀ 22 ਅਗਸਤ ਦੀ ਇਲੈਕਸ਼ਨ ਹੈ ਉਹਦੀ ਜਿਹੜੀ ਇੱਕ ਇਲੈਕਸ਼ਨ ਹੋਣੀ ਹੈ ਜਿਹੜੀ 45 ਨੰਬਰ ਵਾਰਡ ਦੀ, ਜਿੱਥੇ ਸਾਡੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਅਕਾਲ ਚਲਾਣਾ ਕਰ ਗਏ ਸੀ, ਉੱਥੇ ਨਵੀਂ ਨੋਮੀਨੇਸ਼ਨ ਭਰੀ ਜਾਣੀ ਹੈ ਔਰ ਉਹਦੇ ਕਰਕੇ ਜਿਹੜੀ ਨੋਟੀਫਿਕੇਸ਼ਨ ਕੱਲ੍ਹ ਕੱਟਤੀ ਗਈ ਹੈ ਔਰ 8 ਤਰੀਕ ਤੱਕ ਜਿਹੜੀ ਚੋਣ ਪ੍ਰਚਾਰ ਸ਼ੁਰੂ ਹੋਏਗਾ। ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਵਰਕਰਸ ਨੇ ਕੀਤੇ ਨੇ, ਖਾਸ ਤੌਰ ਤੇ ਇਸ ਕਰੋਨਾ ਮਹਾਮਾਰੀ ਦੇ ਵਿੱਚ ਲੋਕਾਂ ਦੀਆਂ ਸੇਵਾਵਾਂ, ਹਸਪੀਟਲ ਬਣਾਉਣੇ, ਕਿਡਨੀ ਹਸਪੀਟਲਸ ਬਣਾਉਣੇ, MRIs ਖੋਲ੍ਹਣੀਆਂ, ਇਹ ਸੇਵਾਵਾਂ ਨੂੰ ਲੈ ਕੇ ਜਿਸ ਵਕਤ ਸੰਗਤ ਦੇ ਵਿੱਚ ਜਾਵਾਂਗੇ, ਸੰਗਤ ਨੇ ਪਹਿਲੇ ਹੀ ਬਹੁਤ ਵੱਡਾ ਮਾਣ ਸਤਿਕਾਰ ਬਖਸ਼ਿਆ। ਮੈਨੂੰ ਉਮੀਦ ਹੈ ਕਿ ਦਿੱਲੀ ਦੇ ਵਿੱਚ ਬਹੁਤ ਵੱਡੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਕਰਕੇ ਇਹ ਸੇਵਾ ਦੁਬਾਰਾ ਸੰਭਾਲ ਕਰ, ਕੋਈ ਪ੍ਰੋਸੀਜਰ ਵਿੱਚ ਕਮੀ ਨਹੀਂ ਹੈਗੀ। ਲੋਕ ਸ਼ਾਰਟਕਟ ਮਾਰਨ ਦੀ ਕੋਸ਼ਿਸ਼ ਕਰਦੇ ਆ ਔਰ ਸ਼ਾਰਟਕਟ ਦੇ ਨਾਲ ਜਿਹੜੇ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਉਹਦੀ ਇੱਕ ਆਦਤ ਬਣ ਚੁੱਕੀ ਹੋਈ ਹੈ, ਮਗਰ ਇਹ ਬਹੁਤ ਵੱਡਾ ਅਦਾਰਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹਦੇ ਹਰ ਚੀਜ਼ ਨੂੰ ਇੱਕ ਪ੍ਰੋਸੀਜਰ ਨੂੰ ਫੋਲੋ ਕਰਨਾ ਪੈਂਦਾ। ਜੋ ਅਸੀਂ ਆਪਣੀਆਂ ਅਨਾਉਂਸਮੈਂਟਸ ਕੀਤੀਆਂ ਨੇ ਕਿ ਅਸੀਂ ਪਾਰਟੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਜਿਨ੍ਹਾਂ ਕੋਲੋਂ ਕਾਰੋਬਾਰ ਛੁੱਟ ਗਿਆ, ਉਹਨਾਂ ਦਾ ਕੰਮ ਛੁੱਟ ਗਿਆ ਕਿਉਂਕਿ ਅਖੰਡ ਪਾਠ ਅੱਜ ਕੱਲ੍ਹ ਲੋਕ ਘਰ 'ਚ ਨਹੀਂ ਕਰਾ ਰਹੇ, ਖੁੱਲ੍ਹੇ ਕੀਰਤਨ ਜਿਹੜੇ ਬਾਹਰੋਂ ਫ੍ਰੀ ਜਿਹੜੇ ਲੋਕ ਗੁਰਦੁਆਰੇ ਤੋਂ ਅਲੱਗ ਕੀਰਤਨ ਕਰਦੇ ਸੀ ਉਹਨਾਂ ਨੂੰ ਕੰਮ ਨਹੀਂ ਮਿਲ ਪਾ ਰਿਹਾ। ਸੋ ਉਹਨਾਂ ਵਾਸਤੇ ਸਹਾਇਤਾ ਵਜੋਂ ਉਹਨਾਂ ਨੂੰ ਸਹਾਇਤਾ ਦੇਣ ਦੀ ਵੀ ਗੱਲ ਕੀਤੀ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਹਨਾਂ ਦੇ ਸਾਡੇ ਕੋਲ ਜਿੰਨੀਆਂ ਐਪਲੀਕੇਸ਼ਨਸ ਆਈਆਂ ਸਭ ਦੇ ਉੱਤੇ ਫੈਸਲਾ ਲੈ ਲਿਆ ਗਿਆ ਔਰ ਉਹਨਾਂ ਨੂੰ ਜਿਹੜੀ ਸੁਵਿਧਾ ਦਿੱਤੀ ਜਾਏਗੀ। ਜਿਹੜੇ ਉਹਨਾਂ ਦੇ ਬੱਚੇ ਪੜ੍ਹਾਉਣ ਦੀ ਗੱਲ ਹੈ ਉਹਦਾ ਇੱਕ ਪ੍ਰੋਸੈਸ ਤੇ ਹੋਵੇ ਕਿ ਉਹ ਸਾਨੂੰ ਜਿਸ ਵਕਤ ਆ ਕੇ ਇੱਥੇ ਐਪਲੀਕੇਸ਼ਨ ਲਿਖਣਗੇ ਅਸੀਂ ਪ੍ਰਧਾਨ ਸਕੱਤਰ ਉੱਤੇ ਸਾਈਨ ਕਰਕੇ ਉਹਨੂੰ ਅਲਾਓ ਕਰਕੇ ਤੋਂ ਭੇਜਾਂਗੇ। ਮਗਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਮੇਰੀ ਨੌਲੇਜ ਵਿੱਚ ਕੋਈ ਗੱਲ ਆਈ ਹੈ ਕਿਸੇ ਨੂੰ ਪੋਲੀਟੀਸਾਈਜ਼ ਕਰਾਉਣ ਵਾਸਤੇ ਕਿਸੇ ਨੂੰ ਵੀ ਖੜਾ ਕਰਤਾ ਜਾਏ ਔਰ ਇਹਦਾ ਨੁਕਸਾਨ ਪਹੁੰਚਾਉਣ ਵਾਸਤੇ ਪ੍ਰਬੰਧਕਾਂ ਨੂੰ ਜੋ ਮਰਜ਼ੀ ਕਹਿ ਸਕਦੇ ਹਾਂ। ਮਗਰ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਰ ਉਸ ਆਪਣੇ ਕੀਰਤਨੀਆਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੂੰ ਵੀ ਕਿਸੇ ਸੁਵਿਧਾ ਦੀ ਲੋੜ ਹੈ ਉਹ ਸਿੱਧਾ ਸਾਡੇ ਕੋਲ ਆਉਣ, ਉਹਨਾਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਹੈ। ਅਸੀਂ ਉਹਨਾਂ ਦਾ ਇਹ ਕੰਮ ਸਾਰੇ ਕਰਕੇ ਦੇਵਾਂਗੇ, ਸਾਡੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ। ਬੀਤੇ ਦਿਨ ਪ੍ਰੀਤਮਪੁਰਾ ਸ਼ਾਲੀਮਾਰ ਬਾਗ 'ਚ ਇੱਕ ਸਮਾਰੋਹ ਦੌਰਾਨ ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਵੱਲੋਂ ਕਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਕਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਰੋਨਾ ਕਾਲ 'ਚ ਸੇਵਾਵਾਂ ਦੇਣ ਵਾਲੇ ਲੋਕਾਂ ਦੀ ਸ਼ਲਾਘਾ ਵੀ ਕੀਤੀ। ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪ੍ਰੀਤਮਪੁਰਾ ਸ਼ਾਲੀਮਾਰ ਬਾਗ 'ਚ ਕੋਰੋਨਾ ਯੋਧਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ਼ਮੂਲੀਅਤ ਕੀਤੀ। ਇਸ ਸਮਾਰੋਹ ਦੌਰਾਨ ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਦਿੱਲੀ ਕਮੇਟੀ ਆਗੂਆਂ ਨੇ ਕੋਰੋਨਾ ਕਾਲ 'ਚ ਸੇਵਾਵਾਂ ਦੇਣ ਵਾਲੇ ਇਹਨਾਂ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਕੋਰੋਨਾ ਕਾਲ ਦੌਰਾਨ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹੜੇ ਅੱਜ ਅਵਾਰਡ ਦਿੱਤੇ ਜਾ ਰਹੇ ਆ ਇਹ ਅਵਾਰਡ ਭਾਵੇਂ ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਵੱਲੋਂ ਆ, ਪਰ ਬੇਸਿਕਲੀ ਪੂਰੀ ਦੁਨੀਆ ਨੇ ਸਿੱਖਾਂ ਨੂੰ ਅਵਾਰਡ ਦੇਣਾ ਕੀਤਾ। ਪੂਰੀ ਦੁਨੀਆ ਨੇ ਅੱਜ ਪੂਰੀ ਦੁਨੀਆ ਦੇ ਅੰਦਰ ਹਰ ਕੋਈ ਗੱਲ ਜਾਣਦਾ ਹੈ ਕਿ ਜਦੋਂ ਮਾਨਵਤਾ ਤੇ ਕੋਈ ਭੀੜ ਪਊਗੀ ਤੇ ਜਿਹਦੇ ਸਿਰ ਤੇ ਦਸਤਾਰ ਆ ਉਹ ਇਸ ਗੱਲ ਦੀ ਚਿੰਤਾ ਨਹੀਂ ਕਰੂਗਾ ਕਿ ਇਹ ਭੀੜ ਖਾਲੀ ਮੇਰੇ ਪਰਿਵਾਰ ਤੇ ਆ ਜਾਂ ਮਾਨਵਤਾ ਤੇ। ਉਹ ਇਹ ਸੋਚਦਾ ਹੈ ਕਿ ਸਾਰੀ ਮਾਨਵਤਾ ਹੀ ਲੋਕਾਈ ਹੀ ਮੇਰਾ ਪਰਿਵਾਰ ਹੈ। ਔਰ ਇਹ ਗੱਲ ਪੂਰੀ ਦੁਨੀਆ ਦੇ ਅੰਦਰ ਅੱਜ ਜਾਣ ਲੱਗੀ। ਜਿਸ ਤਰੀਕੇ ਪੂਰੀ ਦੁਨੀਆ ਦੇ ਅੰਦਰ ਗੁਰੂ ਕਿਰਪਾ ਨਾਲ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕੇ ਸਿੱਖਾਂ ਨੇ ਮਾਨਵਤਾ ਦੀ ਮਹਾਨ ਸੇਵਾ ਕੀਤੀ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ। ਅੱਜ ਪੂਰੀ ਦੁਨੀਆ 'ਚ ਜਦੋਂ ਇੱਕ ਗੱਲ ਹੁੰਦੀ ਹੈ, ਪੂਰੇ ਦੇਸ਼ ਔਰ ਦੁਨੀਆ 'ਚ ਕਦੀ ਐਸਾ ਸਮਾਂ ਆਇਆ ਹੋਵੇ ਜਦੋਂ ਫਰਾਂਸ ਦੀ ਸਰਕਾਰ ਨੇ ਖੁਦ ਇਹ ਅਪਰੋਚ ਕੀਤੀ ਹੋਵੇ
ਇੱਕ ਗੁਰੂ ਘਰਾਂ ਦੀ ਸੰਸਥਾ ਨੂੰ ਕਿ ਤੁਹਾਡੀਆਂ ਸੇਵਾਵਾਂ ਨੂੰ ਦੇਖ ਕੇ ਫਰਾਂਸ ਦੇ ਰਾਸ਼ਟਰਪਤੀ ਤੁਹਾਨੂੰ ਆਕਸੀਜਨ ਦਾ ਪਲਾਂਟ ਭੇਜਣਾ ਚਾਹੁੰਦੇ ਆ। ਫਰਾਂਸ ਦੇ ਰਾਸ਼ਟਰਪਤੀ ਉਹ ਸਾਡੀ ਭਾਸ਼ਾ ਵੀ ਨਹੀਂ ਸਮਝਦੇ। ਹੁਣ ਤੁਸੀਂ ਸੋਚੋ ਕਿ ਜਦੋਂ ਫਰਾਂਸ ਨੇ ਇਹ 2.5 ਕਰੋੜ ਦੀ ਲਾਗਤ ਆਕਸੀਜਨ ਪਲਾਂਟ ਭੇਜਿਆ, ਰਾਸ਼ਟਰਪਤੀ ਤੋਂ ਲੈ ਕੇ ਉਹਨਾਂ ਦੀ ਕੈਬਨਿਟ ਤੋਂ ਲੈ ਕੇ ਉਹਨਾਂ ਦੇ ਵਜ਼ੀਰਾਂ ਤੋਂ ਲੈ ਕੇ ਹਰੇਕ ਦੇ ਕੋਲ ਨਾਮ ਆਇਆ ਹੋਗਾ ਗੁਰੂ ਤੇਗ ਬਹਾਦਰ ਜੀ ਦਾ। ਜਦੋਂ ਅਸੀਂ ਦੇਖਿਆ ਬਾਈ ਏਅਰ ਉਹਨਾਂ ਨੇ ਪਲਾਂਟ ਭੇਜਿਆ, ਸਾਡੇ ਤੋਂ 1 ਰੁਪਇਆ ਚਾਰਜ ਨਹੀਂ ਕੀਤਾ, ਉਹ ਵੀ ਟਰਾਂਸਪੋਰਟੇਸ਼ਨ ਉਹਨਾਂ ਨੇ ਆਪ ਦਿੱਤੀ। ਜਦੋਂ ਪਲਾਂਟ ਉਤਰਿਆ, ਪਲਾਂਟ ਦੀ ਗੱਲ ਨਹੀਂ, ਇਹ ਕੋਈ ਅਮਾਉਂਟ ਨਹੀਂ ਹੈਗਾ, ਪਰ ਗੱਲ ਕੀ ਸੀ ਉਸ ਪਲਾਂਟ ਤੇ ਜਦੋਂ ਇਹ ਲਿਖਿਆ ਸੀ ਗੁਰੂ ਤੇਗ ਬਹਾਦਰ ਕੋਵਿਡ ਸੈਂਟਰ ਵਾਸਤੇ ਪਲਾਂਟ, ਮੈਂ ਉਦੋਂ ਸੋਚਿਆ ਕਿ ਯਾਰ ਦੇਖੋ ਕਿੰਨੀਆਂ ਫਾਈਲਾਂ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ, ਏਅਰਪੋਰਟਾਂ ਤੋਂ ਲੈ ਕੇ ਉਹਨਾਂ ਦੇ ਕੰਪਿਊਟਰ ਤੋਂ ਲੈ ਕੇ ਕਸਟਮ ਤੋਂ ਲੈ ਕੇ ਫ੍ਰੈਂਚ ਲੋਕ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਅੱਜ ਤੱਕ, ਕਿੰਨਿਆਂ ਦਾ ਜੀਵਨ ਬਦਲ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਕਿੰਨਿਆਂ ਨੂੰ ਲੈਣਾ ਪਿਆ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਜਿਹੜੇ ਸਿੱਖਾਂ ਤੇ ਹੋਈ ਔਰ ਇਹ ਮਹਾਨ ਸੇਵਾ ਹੋਈ। ਕੁਝ ਦਿਨ ਪਹਿਲਾਂ ਇਸੇ ਤਰ੍ਹਾਂ ਸਾਨੂੰ ਆਸਟ੍ਰੇਲੀਆ ਦਾ ਇੱਕ ਸਟੇਟ ਆ, ਨਾਰਥ ਸਟੇਟ ਜਿਹੜਾ ਆਸਟ੍ਰੇਲੀਆ 'ਚ, ਉੱਥੋਂ ਦੀ ਸਰਕਾਰ ਨੇ ਸਾਨੂੰ ਅਪਰੋਚ ਕੀਤਾ ਕਿ ਅਸੀਂ ਵੀ ਤੁਹਾਡੀ ਇਸ ਮਹਾਨ ਸੇਵਾ 'ਚ ਆਪਣਾ ਯੋਗ ਪਾਉਣਾ ਚਾਹੁੰਦੇ ਹਾਂ। $3 ਲੱਖ ਭੇਜਿਆ ਉਹਨਾਂ ਨੇ, $2.25 ਕਰੋੜ ਰੁਪਏ। ਪਰ ਗੱਲ ਇਹ ਆ ਕਿ ਆਸਟ੍ਰੇਲੀਆ 'ਚ ਬੈਠੀ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੌਣ ਸੇਵਾ ਕਰ ਰਿਹਾ ਹੈ। ਉਹਨਾਂ ਨੇ ਭਾਰਤ ਦੇ ਕਿਸੇ ਸੂਬੇ ਵਾਸਤੇ ਜਾਂ ਭਾਰਤ ਸਰਕਾਰ ਵਾਸਤੇ ਨਹੀਂ, ਬਲਕਿ ਉਹਨਾਂ ਦਾ ਵਿਸ਼ਵਾਸ ਗੁਰੂ ਘਰ 'ਚ ਆ। ਉਹਨਾਂ ਨੇ ਉੱਥੋਂ ਬੈਠ ਕੇ ਉਹਨਾਂ ਦਾ ਹਾਈ ਕਮਿਸ਼ਨਰ ਜਿਹੜੇ ਸੀਗੇ ਉਹ ਰਗਾਰ ਸਿੰਘ ਸਾਹਿਬ ਅੱਜ ਤੋਂ 8 ਮਹੀਨੇ ਪਹਿਲਾਂ ਖੁਦ ਆਉਂਦੇ ਨੇ ਸਾਡੇ ਦਫ਼ਤਰ 'ਚ ਆ ਕੇ ਸਾਨੂੰ ਮਿਲ ਕੇ ਗੁਰਦੁਆਰਾ ਕਮੇਟੀ ਨੂੰ ਸਨਮਾਨਿਤ ਕਰਕੇ ਜਾਂਦੇ ਨੇ ਔਰ ਫਿਰ ਉੱਥੋਂ ਸਾਨੂੰ ਚਿੱਠੀ ਭੇਜਦੇ ਨੇ ਕਿ ਅਸੀਂ ਤੁਹਾਡੀ ਇਸ ਹਸਪੀਟਲ ਵਾਸਤੇ ਔਰ ਕੋਵਿਡ ਵਾਸਤੇ ਅਸੀਂ ਆਪਣੇ ਸਟੇਟ ਵੱਲੋਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ। $3 ਲੱਖ ਭੇਜਿਆ। ਮੇਰੀ ਤੁਹਾਨੂੰ ਇਹੀ ਬੇਨਤੀ ਆ ਕਿ ਆਪਣੀ ਕੌਮ ਦੀ ਤਾਕਤ ਬਣੀਏ, ਇਸ ਤਾਕਤ ਨੂੰ ਆਪਾਂ ਇੱਕਜੁੱਟ ਹੋ ਕੇ ਬਣਾਈ ਲੈ ਕੇ ਚੱਲੀਏ। ਬਸ ਇੰਨਾ ਹੀ ਫਰਕ ਆ ਸਾਡੇ ਅੰਦਰ। ਅਸੀਂ ਕੇਵਲ ਔਰ ਕੇਵਲ ਪੋਜ਼ਿਟਿਵ ਏਜੰਡੇ ਤੇ ਲੋਕਾਂ ਨੂੰ ਆਪਣੇ ਕੰਮਾਂ ਦੀ ਗੱਲ ਕਰਦੇ ਆ ਔਰ ਸਾਡੇ ਵਿਰੋਧੀ ਕੇਵਲ ਔਰ ਕੇਵਲ ਗੰਦ ਪਾਉਣ ਦਾ ਕੰਮ ਕਰਦੇ ਆ। ਇਸ ਤੋਂ ਜ਼ਿਆਦਾ ਉਹਨਾਂ ਕੋਈ ਏਜੰਡਾ ਨਹੀਂ। ਉਹ ਕੌਮ ਨੂੰ ਬਦਨਾਮ ਕਰਨ ਦਾ ਕੰਮ ਕਰਦੇ ਆ, ਅਸੀਂ ਕੌਮ ਦੀ ਚੜ੍ਹਾਈ ਦਾ ਕਾਰਜ ਕਰਦੇ ਆ। ਨਾ ਅਸੀਂ ਮਾੜਾ ਬੋਲੇ ਆ ਨਾ ਮਾੜਾ ਬੋਲਾਂ। ਸੋ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ, ਇਸ ਟੀਚੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੰਮ ਕਰਦੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸ਼ਲਾਘਾਯੋਗ ਕੰਮ ਜਿਹੜਾ ਅੱਜ ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਨੇ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੰਦਾ, ਕਿਉਂਕਿ ਜੋ ਅੱਜ ਤੁਸੀਂ ਕੰਮ ਕਰ ਰਹੇ ਹੋ ਆਪਣੇ ਇਲਾਕੇ ਦੀ, ਉਹਨਾਂ ਵਾਰੀਅਰਸ ਨੂੰ ਜਿਨ੍ਹਾਂ ਨੇ ਕੋਵਿਡ ਦੇ ਸਮੇਂ ਦੇ ਵਿੱਚ ਲੋਕਾਂ ਦੀਆਂ ਸੇਵਾਵਾਂ ਕੀਤੀਆਂ, ਉਹਨਾਂ ਨੂੰ ਸਨਮਾਨਿਤ ਕਰਨਾ ਬਹੁਤ ਵੱਡਾ ਕੰਮ ਹੈ। ਔਰ ਉਸ ਦੇ ਉੱਤੇ ਅਸੀਂ ਬਾਅਦ 'ਚੋਂ ਆਉਂਦੇ ਹਾਂ, ਮਗਰ ਮੈਂ ਸ਼ੁਰੂਆਤ ਕਰਾਂਗਾ ਕਿ ਜਿਸ ਨਾਮ ਤੋਂ ਤੁਸੀਂ ਇਹ ਸੰਸਥਾ ਬਣਾਈ ਹੈ, ਇੰਟਰਨੈਸ਼ਨਲ ਸਿੱਖ ਹੈਰੀਟੇਜ ਦੀ ਗੱਲ ਕਰਨੀ ਮੈਂ ਸਮਝਦਾ ਕਿ ਬਹੁਤ ਵੱਡੀ ਅੱਜ ਦੀ ਡੇਟ ਦੇ ਵਿੱਚ ਜ਼ਰੂਰਤ ਹੈ। ਕਿਉਂਕਿ ਇਹ ਗੱਲ ਮੰਨੀ ਜਾਂਦੀ ਹੈ ਕਿ ਹਮੇਸ਼ਾ ਸਿੱਖਾਂ ਨੇ ਇਤਿਹਾਸ ਬਣਾਇਆ ਮਗਰ ਇਤਿਹਾਸ ਸੰਭਾਲਿਆ ਨਹੀਂ। ਤੁਸੀਂ ਦੇਖਿਆ ਕਿ ਜਿੱਥੇ ਵੀ ਅਸੀਂ ਗੱਲ ਕਰੀਏ ਸਿੱਖ ਇਤਿਹਾਸ ਦੀ, ਸਾਡੀ ਨਵੀਂ ਪਨੀਰੀ ਨੂੰ ਉਹਦੇ ਬਾਰੇ ਪਤਾ ਨਹੀਂ ਹੁੰਦਾ, ਸਾਡੇ ਬੱਚਿਆਂ ਨੂੰ ਨਹੀਂ ਉਹਦੇ ਬਾਰੇ ਪਤਾ ਹੁੰਦਾ। ਔਰ ਇਸੇ ਮਨਸੂਬੇ ਨੂੰ ਲੈ ਕੇ ਜਿਸ ਵਕਤ 2013 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਲੀ ਦਲ ਦੀ ਟੀਮ ਕਾਬਜ਼ ਹੋਈ, ਦੁਬਾਰਾ ਸੇਵਾ ਮਿਲੀ, ਸਭ ਤੋਂ ਪਹਿਲਾ ਮਕਸਦ ਰੱਖਿਆ ਸੀ ਕਿ ਆਪਣੇ ਵਿਰਸੇ ਦੇ ਨਾਲ, ਆਪਣੇ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ। ਔਰ ਤੁਹਾਡੇ ਸਾਹਮਣੇ ਲਗਾਤਾਰ ਹਰ ਸਾਲ ਲਾਲ ਕਿਲ੍ਹੇ ਦੇ ਉੱਪਰ ਫਤਿਹ ਦਿਵਸ ਮਨਾਇਆ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਸੀ ਅਸੀਂ ਆਪਣੇ ਉਹਨਾਂ ਜਰਨੈਲਾਂ ਦੇ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਦਿੱਲੀ ਨੂੰ ਕਈ ਵਾਰ ਫਤਿਹ ਕੀਤਾ। ਔਰ ਫਤਿਹ ਕਰਨ ਦਾ ਮਕਸਦ ਇਹ ਨਹੀਂ ਸੀ ਕਿ ਅਸੀਂ ਰਾਜ ਕਰਨਾ ਹੈ, ਉਹਨਾਂ ਦਾ ਮਕਸਦ ਸਿਰਫ ਇੱਕੋ ਗੱਲ ਸੀ ਕਿ ਅਸੀਂ ਆਪਣੇ ਗੁਰੂ ਧਾਮਾਂ ਦੀਆਂ ਨਿਸ਼ਾਨਦੇਹੀਆਂ ਕਰੀਏ, ਗੁਰੂ ਧਾਮਾਂ ਦੀਆਂ ਖੋਜ ਕਰੀਏ ਔਰ ਉਹਨਾਂ ਗੁਰੂ ਧਾਮਾਂ ਦੀਆਂ ਨਿਸ਼ਾਨਦੇਹੀ ਕਰਾ ਕੇ ਕਾਰ ਸੇਵਾ ਕਰਕੇ ਫਿਰ ਰਾਜਪਾਲ ਛੱਡ ਦਾਂਗੇ। ਇੰਨਾ ਵੱਡਾ ਵਿਰਸਾ ਸਾਡੇ ਕੋਲੋਂ। ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਉਹਨਾਂ ਦੀ ਜਿਸ ਵਕਤ ਸ਼ਤਾਬਦੀ ਆਈ ਉਹਨੂੰ ਘਰ ਘਰ ਪਹੁੰਚਾਉਣ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ। ਅੱਜ ਜਿਸ ਤਰੀਕੇ ਦੇ ਨਾਲ ਇਸ ਸੰਸਥਾ ਨੇ ਕੰਮ ਸ਼ੁਰੂ ਕੀਤਾ, ਉਹਨਾਂ ਦੀ ਡਾਇਰੀ ਤਿਆਰ ਹੋ ਰਹੀ ਹੈ, ਇਹ ਨਵੀਂ ਕਿਤਾਬ ਤਿਆਰ ਹੋ ਰਹੀ ਹੈ, ਜਿਸ ਤਰੀਕੇ ਦੇ ਨਾਲ ਸਟੈਂਪਸ ਦੀ ਬੁੱਕਸ ਉਹਨਾਂ ਨੇ ਤਿਆਰ ਕੀਤੀਆਂ ਹੋਈਆਂ, ਇਹ ਵਾਕਈ ਲੋੜ ਹੈ ਤਾਂ ਕਿ ਅਸੀਂ ਅਗਲੀ ਪਨੀਰੀ ਨੂੰ ਦੱਸ ਸਕੀਏ ਕਿ ਸਾਡਾ ਇਤਿਹਾਸ ਕੀ ਹੈ।
और अज जी टीम इस काम को के चला रही है, मैं उन्होंने बधाई दिंदा कि अज के प्रोग्राम के जिस तरीके के नाल कोरोना वारियर्स को सम्मानित करने की गल की है, मैनू याद है कि जिस वक्त ये दूजा फेज जिस वक्त कोरोना का चलिया, लोगों के बीच एक ऐसा डर पै चुका सी, मगर सिख कौम ने के वाचक जो सेवा की अज पूरी दुनिया उसकी शलाघा कर रही है। जे असी पिछली कोरोना तो शुरू करिए और खास तौर पर अपनी टीम की गल दसीए कि दिल्ली सिख गुरुद्वारा प्रबंधक कमेटी ने पूरे कोरोना काल के जो सेवा शुरू की है, 2.25 लाख बंदियां रोज़ लंगर छकाउण का काम किया, चाहे वो रसद के रूप में हो, चाहे वो पक्या हुआ लंगर के रूप में हो, घर घर तक लंगर पहुँचाने का काम, ये रसद पहुँचाने का काम दिल्ली सिख गुरुद्वारा प्रबंधक कमेटी की समूची टीम ने मिलकर किया, जिहदे बहुत बड़ा योगदान इस इलाके के सरदार MP चड्डा जी का भी रहा। लगातार जिस वक्त साडे लोग घरों के जाते सी और जाके देखते सी कि जिथे लोग एक बजट बनाते हैं, जिथे अपने राशन का बजट बनता है, वो अपनी दवाइयां का बजट बनाते हैं कि साढ़े घरों के जोड़े बुजुर्ग ने उन्होंने हर महीने किन्ने दी दवाइयां आती हैं। वो जाके जिस वक्त सानू समझ आया कि लोगों के इन्ना दर्द है, लोगों के इन्नी रिक्वायरमेंट है, उसी वक्त फैसला लिया और इस करोना काल के बाला प्रीतम दवाखाना खोलिया गया। अगे चढ़ के जिस तरीके के नाल डायलिसिस सेंटर खोलिया गया, दुनिया का एक ऐसा डायलिसिस सेंटर जिथे कोई बिलिंग का काउंटर ना हो, जोड़ा फ्री ऑफ कॉस्ट, और अज की अखबार के पढ़िया होगा कि 6800 बंदा उतों डायलिसिस रोज़ करा रहा। 6800 बंदियां ने उत्थे डायलिसिस कराना एक बहुत बड़ी, मैं समझना कि एक मील पत्थर है। जिस तरीके के नाल MRI CT स्कैन शुरू किया गया, 4 महीने के तकरीबन 5100 CT स्कैन उत्थे हुई है, MRI हुई है, और वो MRI जी तकरीबन 8 तो 10 हज़ार रुपये असीं बाजार के कराते हैं। साढ़े लोग उत्थे घर जाके सिर्फ 50 रुपये के MRI करा सकते हैं। सो ऐसी सेवावां जिहड़ियां कोरोना के टाइम के शुरू हुई हैं, जिहदी दुनिया ने प्रेस की है। 400 बेड का कोविड केयर सेंटर शुरू किया, सिर्फ 10 दिनों के कोविड केयर सेंटर शुरू किया गया। मैनूं दसदे हुए बड़ी खुशी है कि आने वाली 11 या 12 तरीक को असीं उसकी ओपनिंग करन जा रहे हैं, और वो 125 बेड का जो कोविड हॉस्पिटल तैयार किया, जिहदे नाल OPD भी शुरू की गई। सारा उत्थे हर किस्म की नवीं तकनीक के नाल जिहड़े उत्थे वेंटिलेटर्स लग रहे हैं, और अज जिस तरीके के नाल इस इलाके के लोगों का सम्मान करने वास्ते चड्डा साहब ने एक प्रोग्राम रखा, मैं समझदा वाकई लोड़ है कि सिर्फ असीं एक दूजे को हल्लाशाही देकर प्रेस करके ही ये काम कर सकते हैं। और जिहड़ा तुसीं अज कर रहे हो, मैं तुहानूं बहुत बहुत मुबारकबाद दिंदा। आज बड़ा सौभाग्य का दिन है कि आज पीतमपुरा शालीमार बाग दे उस संगत का सम्मान होया है, उन्हां साथियों का सम्मान होया है, उन्हां वीरां का सम्मान होया है, जिन्हां ने इस इलाके च भी, इस इलाके तो बाहर भी, दिल्ली दे विच पीतमपुरा शालीमार बाग दे विच इस 1.5 साल तो लगातार कोरोना दे अंदर लोगों की सेवा की है। इस इलाके दे विच संगत ने उन्हां घरां दे विच लंगर भी पहुँचाया है, कुछ घरां च रसद भी पहुँचाई है, और कुछ घरां च जिथे ऑक्सीजन सिलेंडर वंडे हैं, जिथे ऑक्सीजन कंसनट्रेटर्स की सेवा हुई है, उन्हां सारिਆਂ ਨੂੰ ਅੱਜ ਸਾਡੇ दिल्ली के प्रभारी अकाली दल के पुंदड़ साहब ने सब नूं निवाजिया है, और उन्होंने एक यादाश्त के तौर पर मोमेंटो दी है। आज साढ़े विचकार कालका जी, हरमीत सिंह जी कालका और सर मनजिंदर सिंह जी सिरसा ने अपने विचार रखे, साढ़े इलाके की संगत का धन्यवाद किया, उन्हों की सर्विसेज नूं रिकगनाइज किया। असी उन्हों दे बड़े धन्यवादी हाँ। दिल्ली सिख गुरुद्वारा प्रबंधक कमेटी ਦੀਆਂ ਚੋਣਾਂ ਨੂੰ ਲੈ ਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਦੇ ਹਲਕੇ 'ਚ ਇੱਕ ਅਹਿਮ ਇਕੱਤਰਤਾ ਹੋਈ। ਵਾਰਡ ਨੰਬਰ 45 ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥ ਨਾਰਕਲੀ ਵਿੱਚ ਇਕੱਤਰਤਾ ਦੌਰਾਨ
ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਦਿੱਲੀ ਕਮੇਟੀ ਦੇ ਹੋਰ ਅਹੁਦੇਦਾਰ ਮੌਜੂਦ ਰਹੇ। ਇਸ ਮੌਕੇ ਇਸਤਰੀ ਅਕਾਲੀ ਦਲ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਗਤ ਨੇ ਜਤਿੰਦਰਪਾਲ ਸਿੰਘ ਗੋਲਡੀ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ। ਅੱਜ ਬੜੇ ਖੁਸ਼ੀ ਦੀ ਗੱਲ ਹੈ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਨਾਰਗਲੀ ਵਿਖੇ ਜਿੱਥੇ ਬੀਬੀ ਪ੍ਰਕਾਸ਼ ਕੌਰ ਜੀ ਜੋ ਸਾਡੇ ਪਹਿਲੇ ਸਰਪ੍ਰਸਤ ਸਨ, ਅੱਜ ਦੁਬਾਰਾ ਤੋਂ ਫਿਰ ਉਹਨਾਂ ਨੂੰ ਮਾਣ ਦਿੱਤਾ। ਇੱਥੇ ਬੀਬੀ ਰਣਜੀਤ ਕੌਰ ਜੀ ਪਹੁੰਚੇ ਨੇ ਜੋ ਸਾਡੇ ਪ੍ਰਧਾਨ ਹਨ ਸ਼੍ਰੋਮਣੀ ਅਕਾਲੀ ਵਿੰਗ ਦੇ, ਨਾਲ ਸੀਨੀਅਰ ਮੀਤ ਪ੍ਰਧਾਨ ਵੀ ਹਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਆਪਣੀ ਪੂਰੀ ਟੀਮ ਨਾਲ ਲੈ ਕੇ ਪਹੁੰਚ ਕੇ ਇੱਥੇ ਉਹਨਾਂ ਸਤਿਕਾਰ ਦਿੱਤਾ। ਮੈਂ ਧੰਨਵਾਦ ਕਰਨਾ ਔਰ ਮੈਂ ਧੰਨਵਾਦ ਕਰ ਤਕਰੀਬਨ 150 ਬੀਬੀਆਂ ਨੇ ਅੱਜ ਇਸ ਸਤਸੰਗ ਦੇ ਬਾਅਦ ਜੋ ਸਾਡਾ ਹੈ ਅਕਾਲੀ ਦਲ ਨੂੰ ਜੁਆਇਨ ਕੀਤਾ। ਮੈਂ ਬੜੇ ਮਾਣ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ। ਉਹ ਗੁਰੂ ਸਾਹਿਬ ਬਖਸ਼ਿਸ਼ ਕਰਨ ਜਿਸ ਤਰੀਕੇ ਨਾਲ ਸਾਰਾ ਇੱਕ ਹੜ੍ਹ ਆਇਆ ਹੋਵੇ ਕਿ ਸਾਰੇ ਇਲਾਕੇ ਦੇ ਅੰਦਰ ਹਰ ਬੀਬੀ ਹਰ ਵੀਰ ਜੁੜਨਾ ਚਾਹੁੰਦਾ ਹੈ ਸ਼੍ਰੋਮਣੀ ਅਕਾਲੀ ਨਾਲ। ਗੁਰੂ ਸਾਹਿਬ ਬਖਸ਼ਿਸ਼ ਕਰਨ ਆਉਣ ਵਾਲੇ ਸਮੇਂ ਦੇ ਅੰਦਰ ਜੋ 22 ਤਰੀਕ ਨੂੰ ਚੋਣਾਂ ਆ ਰਹੀਆਂ ਨੇ, ਸਾਰੇ ਵੱਧ ਚੜ੍ਹ ਕੇ ਫਿਰ ਅਸੀਂ ਇਸੇ ਤਰੀਕੇ ਨਾਲ ਵੱਧ ਤੋਂ ਵੱਧ ਸੀਟਾਂ ਲੈ ਕੇ ਅਸੀਂ ਦਿੱਲੀ ਦੇ ਅੰਦਰ ਫਿਰ ਆ ਕੇ ਫਿਰ ਸੰਗਤਾਂ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਕਿਉਂਕਿ ਸਭ ਤੋਂ ਵੱਡੀ ਗੱਲ ਹੈ ਜੋ ਸਿਰਸਾ ਜੀ ਦੇ ਕੰਮ ਹਨ, ਹਰ ਬੰਦਾ ਉਹਨਾਂ ਦੇ ਕੰਮਾਂ ਨੂੰ ਸਲੂਟ ਕਰਦਾ ਹੈ, ਉਹਨਾਂ ਦੇ ਕੰਮਾਂ ਦੀ ਜੋ ਕੰਮ ਕਰ ਰਹੇ ਉਹਨੂੰ ਸਲਾਹੁੰਦਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨਗੇ। ਸਾਨੂੰ ਇਹੋ ਜਿਹੇ ਵੀਰ ਦੀ ਲੋੜ ਵੀ ਹੈ ਜਿਹੜਾ ਕਿ ਹਮੇਸ਼ਾ ਗੁਰੂ ਸੰਗਤ ਵਾਸਤੇ, ਗੁਰੂ ਸੰਗਤ ਦੀ ਸੇਵਾ ਵਾਸਤੇ ਹਾਜ਼ਰ ਹੋਵੇ। ਮੈਂ ਵਧਾਈ ਦਿੰਦਾ ਸਮੂਹ ਸੰਗਤਾਂ ਨੂੰ, ਸਮੂਹ ਬੀਬੀਆਂ ਨੂੰ ਜਿਨ੍ਹਾਂ ਨੇ ਆ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਇਸ ਵਿੰਗ ਨੂੰ ਜੁਆਇਨ ਕੀਤਾ ਹੈ। ਅੱਜ ਵਾਰਡ ਨੰਬਰ 45 ਜਿੱਥੋਂ ਦੀ ਸਰਦਾਰ ਜਤਿੰਦਰਪਾਲ ਸਿੰਘ ਗੋਲਡੀ ਜੀ ਕੈਂਡੀਡੇਟ ਨੇ, ਔਰ ਇੱਥੇ ਗੁਰਦੁਆਰਾ ਸਿੰਘ ਸਭਾ ਸਾਊਥ ਨਾਰਕਲੀ ਸਾਡੇ ਸਰਪ੍ਰਸਤ ਬੀਬੀ ਪ੍ਰਕਾਸ਼ ਕੌਰ ਜੀ, ਉਹਨਾਂ ਨੇ ਅੱਜ ਇੱਥੇ ਸਾਰਾ ਪ੍ਰੋਗਰਾਮ ਰੱਖਿਆ ਸੀ ਗੁਰਦੁਆਰੇ 'ਚ। ਔਰ ਸਾਡੇ ਇਸਤਰੀ ਅਕਾਲੀ ਦਲ ਦਾ ਪਰਿਵਾਰ ਅੱਜ ਬਹੁਤ ਵੱਡਾ ਪਰਿਵਾਰ ਹੋਇਆ। ਬਹੁਤ ਸਾਰੀਆਂ ਬੀਬੀਆਂ ਸਾਡੇ ਨਾਲ ਜੁੜੀਆਂ ਨੇ ਕਿਉਂਕਿ ਕੰਮ ਬੋਲਦੇ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਦੇ ਨੇ ਕੰਮ ਕੀਤੇ ਨੇ। ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਬਹੁਤ ਸਾਰੀਆਂ ਬੀਬੀਆਂ ਨੇ ਅੱਜ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਹੈ ਤੇ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਬੀਬੀਆਂ ਵੀ ਕਿਸੇ ਤੋਂ ਘੱਟ ਨਹੀਂ ਹੈ। ਔਰ ਮੈਂ ਧੰਨਵਾਦ ਕਰਦੀ ਹਾਂ ਖਾਸ ਕਰਕੇ ਬੀਬੀ ਪ੍ਰਕਾਸ਼ ਕੌਰ ਜੀ ਦਾ ਜੋ ਕਿ ਇੰਨੇ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨਿਭਾ ਰਹੇ ਨੇ, ਪੰਥ ਦੀ ਸੇਵਾ ਨਿਭਾ ਰਹੇ ਨੇ। ਅੱਜ ਉਹਨਾਂ ਨੇ ਇੱਥੇ ਬਹੁਤ ਵੱਡਾ ਸਾਡਾ ਪਰਿਵਾਰ ਕਰ ਦਿੱਤਾ ਹੈ। ਉਸ ਪਰਿਵਾਰ ਦੇ ਨਾਲ ਸਾਰੇ ਬੀਬੀਆਂ ਜੋੜੀਆਂ, ਉਹਨਾਂ ਦਾ ਮੈਂ ਖਾਸ ਕਰਕੇ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੇ ਪੰਥ ਨੂੰ ਬਹੁਤ ਸੇਵਾਵਾਂ ਨੇ। ਔਰ ਇਸ ਤਰ੍ਹਾਂ ਹੀ ਅਸੀਂ ਅਰਦਾਸ ਕਰਦੇ ਕਿ ਚੜ੍ਹਦੀ ਕਲਾ 'ਚ ਰਹਿਣ ਔਰ ਇਸੇ ਤਰੀਕੇ ਨਾਲ ਸਾਡੇ ਨਾਲ ਬੀਬੀਆਂ ਜੁੜਦੀਆਂ ਰਹਿਣ ਔਰ ਅਸੀਂ ਸਾਰੇ ਸੇਵਾ ਕਰਦੇ ਰਹੀਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀ ਮੁਕੰਮਲ ਕੀਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਦਿਨਾਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ। ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਗਈ ਹੈ। ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਸਾਧ ਸੰਗਤ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਆਉਣ ਵਾਲੀ 2 ਤਰੀਕ ਨੂੰ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਜਿਸ ਤਰ੍ਹਾਂ ਕਿ ਆਪ ਜਾਣਦੇ ਹੋ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿਖੇ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸਾਹਿਬ ਦਾ ਪਾਵਨ ਪੁਰਬ ਬੜੇ ਉਤਸ਼ਾਹ ਦੇ ਪਿਆਰ ਨਾਲ ਮਨਾਇਆ ਜਾਂਦਾ ਹੈ। ਉਸੇ ਤਰੀਕੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਤਰੀਕ ਨੂੰ 2 ਤਰੀਕ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ, ਜਿਸ ਦੇ ਪੰਥ ਪ੍ਰਸਿੱਧ ਰਾਗੀ ਜਥੇ ਪਹੁੰਚ ਰਹੇ ਹਨ। ਜਿਸ ਤਰ੍ਹਾਂ ਕਿ ਸੰਗਤ ਜੀ ਆਪ ਜਾਣਦੇ ਹੋ ਕਿ 1 ਤਰੀਕ ਰਾਤ ਨੂੰ ਗੁਰਦੁਆਰਾ ਸ੍ਰੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸ਼ਾਮ 7 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਔਰ 1 ਤਰੀਕ ਨੂੰ ਹੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਸ਼ਾਮ 7 ਤੋਂ ਲੈ ਕੇ ਰਾਤ 12 ਵਜੇ ਤੱਕ ਦੀਵਾਨ ਚੱਲਣੇ ਹਨ। ਔਰ 2 ਤਰੀਕ ਨੂੰ ਸਵੇਰੇ ਅੰਮ੍ਰਿਤਵੇਲੇ ਤੋਂ ਲੈ ਕੇ ਰਾਤ 12 ਵਜੇ ਤੱਕ ਵਿਸ਼ੇਸ਼ ਦੀਵਾਨ ਚੱਲੇ, ਜਿਹਦੇ ਵਿੱਚ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ, ਚਮਨਜੀਤ ਸਿੰਘ ਜੀ, ਦਰਬਾਰ ਸਾਹਿਬ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਬੜੇ ਪਹੁੰਚੇ ਹੋਏ ਜਥੇ, ਜਿਨ੍ਹਾਂ ਨੇ ਕੀਰਤਨ ਦੇ ਜਥੇ 'ਚ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰਨੀਆਂ ਨੇ ਆਪ ਸਭਨਾਂ ਨੂੰ। ਔਰ ਨਾਲ ਕਵੀ ਦਰਬਾਰ ਵੀ ਜੋ ਗੁਰੂ ਸਾਹਿਬ ਦੀ ਬਖਸ਼ੀ ਹੋਈ ਸੰਦਾਤ ਹੈ, ਉਹ ਕਵੀ ਦਰਬਾਰ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਮੈਂ ਆਪ ਸਭ ਚਰਨਾਂ 'ਚ ਬੇਨਤੀ ਕਰਾਂਗਾ ਅਸੀਂ ਸਾਰੇ ਮਿਲ ਕੇ ਗੁਰੂ ਸ਼ਬਦ ਨਾਲ ਜੁੜਨ ਵਾਸਤੇ, 8ਵੇਂ ਗੁਰੂ ਨਾਨਕ ਗੁਰੂ ਸਾਹਿਬ ਦੀ ਅਸੀਸਾਂ ਲੈਣ ਵਾਸਤੇ, ਬਾਲਾ ਪ੍ਰੀਤਮ ਕੋਲੋਂ ਆਪਣੀ ਦੇਹ ਰੋਗਤਾ ਮੰਗਣ ਵਾਸਤੇ, ਚੜ੍ਹਦੀ ਕਲਾ ਮੰਗਣ ਲਈ ਅਸੀਂ ਸਾਰੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰੀਏ, ਗੁਰੂ ਸਾਹਿਬ ਦੀ ਅਸੀਸਾਂ ਮਾਨੀਏ ਔਰ ਇਸ ਪ੍ਰੋਗਰਾਮ ਨੂੰ ਆਪ ਸਫਲ ਬਣਾਈਏ। ਮੈਂ ਬੇਨਤੀ ਕਰਾਂਗੀ ਆਪ ਜੀ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾਓ ਤਾਂ ਕਿ ਵੱਧ ਤੋਂ ਸੰਗਤਾਂ ਹਰ ਥਾਂ ਤੇ ਹਰ ਜਗ੍ਹਾ ਤੇ ਪਹੁੰਚ ਕੇ ਗੁਰੂ ਸਾਹਿਬ ਦੀ ਅਸੀਸਾਂ ਲੈ ਸਕਣ। ਅਸ਼ਟਮ ਬਲਬੀਰਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਅਸੀਸਾਂ ਲੈਣ ਲਈ, ਕਿਉਂਕਿ ਉਹ ਦਿਹਾੜਾ ਪਾਵਨ ਦਿਹਾੜਾ ਹੈ ਜਿਸ ਦਿਨ ਗੁਰੂ ਸਾਹਿਬ ਨੇ ਪ੍ਰਕਾਸ਼ ਧਾਰਿਆ, ਉਹ ਸਾਡੇ ਵਰਗਿਆਂ ਨੂੰ, ਦੀਨ ਦੁਖੀਆਂ ਨੂੰ ਸਾਡੇ ਦੁੱਖ ਦੂਰ ਕੀਤੇ ਹਨ। ਆਓ ਸਾਧ ਸੰਗਤ ਬੇਨਤੀ ਮੇਰੀ ਪ੍ਰਵਾਨ ਕਰਨਾ। 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਜੀ ਦਾ ਗੁਰਪੁਰਬ 2 ਅਗਸਤ ਨੂੰ ਜੋ ਆ ਰਿਹਾ ਹੈ, ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਬਹੁਤ ਸ਼ਰਧਾ ਸਤਿਕਾਰ ਚਾਅ ਉਮਾ ਦੇ ਨਾਲ ਮਨਾਇਆ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
ਸੰਗਤਾਂ ਦੇ ਵਾਸਤੇ ਮੱਥਾ ਟੇਕਣ ਦਾ ਖਾਸ ਕਰਕੇ ਪ੍ਰਬੰਧ ਕੀਤਾ ਹੈ ਤਾਂ ਕਿ ਕੋਵਿਡ ਦੇ ਹੁੰਦਿਆਂ ਕਿਵੇਂ ਵੱਧ ਤੋਂ ਵੱਧ ਸੰਗਤ ਨੂੰ ਮੱਥਾ ਟਿਕਾਇਆ ਜਾ ਸਕੇ, ਉਹਦੇ ਵਿੱਚ ਸੋਸ਼ਲ ਡਿਸਟੈਂਸ ਕਿਵੇਂ ਰਵੇ, ਮਾਸਕ ਪਾਉਣ ਦੀ ਜਿਹੜੀ ਹੈ ਉਹ ਕਿਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਬੇਨਤੀ ਕੀਤੀ ਜਾ ਸਕੇ ਔਰ ਉਹਨੂੰ ਲਾਗੂ ਵੀ ਕੀਤਾ ਜਾ ਸਕੇ। ਉਹਦੇ ਨਾਲ ਨਾਲ ਗੁਰਦੁਆਰੇ ਦੀ ਸਜਾਵਟ, ਫੁੱਲਾਂ ਦੀ ਸਜਾਵਟ, ਲਾਈਟਿੰਗ, ਇਹ ਸਾਰੇ ਪ੍ਰਬੰਧ ਕੀਤੇ ਗਏ ਨੇ। ਮੈਡੀਕਲੀ ਵੀ ਪ੍ਰਬੰਧ ਕੀਤਾ ਗਿਆ ਕਿ ਅਗਰ ਕਿਸੇ ਨੂੰ ਐਮਰਜੈਂਸੀ ਕੋਈ ਐਂਬੂਲੈਂਸ ਦੀ ਲੋੜ ਪੈਂਦੀ, ਦਵਾਈ ਦੀ ਲੋੜ ਪੈਂਦੀ ਹੈ ਤੇ ਡਾਕਟਰ ਜਿਹੜੀਆਂ ਮੈਡੀਕਲ ਸਹੂਲਤਾਂ ਨੇ ਉਹ ਸੰਗਤ ਨੂੰ ਕਿਵੇਂ ਪ੍ਰੋਵਾਈਡ ਕੀਤੀਆਂ ਜਾਣ। ਗੁਰੂ ਦੀ ਸੰਗਤ ਵਾਸਤੇ ਜਦੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਏਗੀ ਤੇ ਲੰਗਰ ਦਾ ਪ੍ਰਬੰਧ ਕਿਵੇਂ ਕੀਤਾ ਜਾਏ, ਇਹ ਸਾਰਾ ਗੱਡੀਆਂ ਦੀ ਪਾਰਕਿੰਗ ਜਿਹੜਾ ਹੈ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ। ਸੋ ਔਰ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਸਾਰਾ ਦਿਨ ਅਰਦਾਸ ਕਰਾਂਗੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦਵਾਰੈ ਉਭਰੈ ਤਿਤੈ ਲੇਹੋ ਉਭਾਰ। ਗੁਰੂ ਹਰਕ੍ਰਿਸ਼ਨ ਸਾਹਿਬ ਆਪ ਜੀ ਦਿੱਲੀ ਆਏ ਤਾਂ ਦਿੱਲੀ ਦੇ ਚੇਚਕ ਦੇ ਜਿਹੜੇ ਰੋਗ ਸਨ ਉਹਨਾਂ ਦੀ ਨਿਵਰਤੀ ਤੁਸੀਂ ਆਪ ਕੀਤੀ, ਲੋਕਾਂ ਦੇ ਰੋਗਾਂ ਦਾ ਨਿਵਾਰਨ ਤੁਸੀਂ ਆਪ ਕੀਤਾ ਸੀ। ਹੁਣ ਵੀ ਕਿਰਪਾ ਕਰੋ ਸਾਡੇ ਜੀਵਨ ਵਿੱਚੋਂ ਕਰੋਨੇ ਦਾ ਰੋਗ ਮਿਟਾਓ। 2 ਤਰੀਕ ਰਾਤ ਤਕਰੀਬਨ 11:30 ਵਜੇ ਤੱਕ ਅੰਮ੍ਰਿਤ ਬਾਣੀ ਦੀ ਵਰਖਾ ਹੋਵੇਗੀ, ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ, ਸੰਗਤਾਂ ਦੀਆਂ ਰੌਣਕਾਂ ਹੋਣਗੀਆਂ, ਮਹਾਰਾਜ ਦੇ ਦਰ ਦੀਆਂ ਬਖਸ਼ਿਸ਼ਾਂ ਦੇ ਨਾਲ ਸੰਸਾਰ ਦੀਆਂ ਝੋਲੀਆਂ ਭਰਨਗੀਆਂ। ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਬੈਰੀ ਓ'ਫੈਰਲ ਦਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਨਾਲ ਹੀ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਸਿੱਖ ਹੈਰੀਟੇਜ ਸੈਂਟਰ ਵੱਲੋਂ ਕਰੋਨਾ ਯੋਧਿਆਂ ਦਾ ਵੀ ਸਨਮਾਨ ਕੀਤਾ ਗਿਆ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਗੁੰਜਾ ਸਿੱਖ ਫਿਰ ਸੇ ਲੈ ਕੇ ਫਿਰ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ